ਸੁਮੇਧ ਸੈਣੀ ਲਗਾਤਾਰ ਵਿਵਾਦਾਂ ਦੇ ਵਿੱਚ ਰਹੇ ਨੇ ਔਰ ਸਪੈਸ਼ਲ ਕੋਰਟ ਵੱਲੋਂ ਇੱਕ ਹੋਰ ਵੱਡਾ ਝਟਕਾ ਉਹਨਾਂ ਨੂੰ ਲੱਗਿਆ ਹੈ। ਇੱਕ ਕਲੋਨੀ ਡਿਵੈਲਪ ਹੋਈ ਸੀਗੀ ਕੁਰਾਲੀ ਵਿੱਚ, ਉਹਦਾ ਜਿਹੜਾ ਆਥੋਰਾਈਜੇਸ਼ਨ ਮਿਲਣੀ ਸੀਗੀ ਉਹ ਇਲੀਗਲ ਤਰੀਕੇ ਨਾਲ ਲੈ ਲਈ ਗਈ। ਕਲੋਨੀ ਜਿਹੜੀ ਕਰਾਈ ਗਈ ਨਜਾਇਜ਼ ਆਥੋਰਾਈਜ਼, ਉਹਦੇ ਵਾਸਤੇ ਰਿਸ਼ਵਤ ਦਿੱਤੀ ਗਈ। ਉਸ ਪੈਸੇ ਨਾਲ ਇੱਕ ਕੋਠੀ ਖਰੀਦੀ ਗਈ ਸੈਕਟਰ 20 ਵਿੱਚ 348 ਨੰਬਰ, ਜਿਹਦੇ ਵਿੱਚ ਸੁਮੇਧ ਸੈਣੀ ਰਹਿੰਦੇ। ਅਕਤੂਬਰ 'ਚ ਦਿਖਾਇਆ ਜਾਂਦਾ ਹੈ ਕਿ ਉਹ ਕੋਠੀ ਸੁਮੇਧ ਸੈਣੀ ਨੂੰ ਜਿਹੜੀ ਪਹਿਲੀ ਮੰਜ਼ਿਲ ਹੈ ਉਹ ਕਿਰਾਏ ਤੇ ਦਿੱਤੀ ਗਈ 2.5 ਲੱਖ ਰੁਪਏ। ਕਦੀ 40 ਲੱਖ ਆ ਗਿਆ, ਕਦੀ 45 ਲੱਖ ਆ ਗਿਆ, ਕਦੀ 30 ਲੱਖ ਆ ਗਿਆ। ਇਨ ਦਿਸ ਮੈਨਰ ਸੁਮੇਧ ਸਿੰਘ ਸੈਣੀ had paid about 6.4 crores ਕਿਰਾਏ ਤੇ ਨਹੀਂ ਦਿੱਤੀ ਗਈ ਸੀ, ਪਰ ਐਕਚੁਅਲੀ ਇਹ ਕੋਠੀ ਖਰੀਦੀ ਹੀ ਗਈ ਸੀ ਸੁਮੇਧ ਸੈਣੀ ਵੱਲੋਂ। ਤਮਾਮ ਚੀਜ਼ਾਂ ਪ੍ਰੂਵ ਹੋ ਜਾਣਗੀਆਂ, ਜ਼ੋਰ ਤੁਸੀਂ ਲਾ ਰੱਖਿਆ ਪੂਰਾ ਹੁਣ ਤੱਕ ਕੇਸ ਨੂੰ ਇੱਥੋਂ ਤੱਕ ਲੈ ਕੇ ਆਏ। ਅਸੀਂ ਐਵੀਡੈਂਸ ਕਾਫੀ ਇਕੱਠੀ ਹੋ ਚੁੱਕੀ ਹੈ, ਅੱਗੇ ਕੋਰਟ ਦੇ ਕੋਲ ਸਾਹਮਣੇ ਰੱਖ ਦਿੱਤੀ ਜਾਏਗੀ। ਸਾਬਕਾ ਡੀਜੀਪੀ ਸੁਮੇਧ ਸੈਣੀ ਲਗਾਤਾਰ ਵਿਵਾਦਾਂ ਦੇ ਵਿੱਚ ਰਹੇ ਨੇ ਔਰ ਸਪੈਸ਼ਲ ਕੋਰਟ ਵੱਲੋਂ ਇੱਕ ਹੋਰ ਵੱਡਾ ਝਟਕਾ ਉਹਨਾਂ ਨੂੰ ਲੱਗਿਆ ਹੈ। ਮਾਮਲਾ ਪੂਰਾ ਕੀ ਹੈ, ਗੱਲਬਾਤ ਕਰਾਂਗੇ। ਪੀਪੀ ਸਾਹਿਬ ਸਾਡੇ ਨਾਲ ਮੌਜੂਦ ਨੇ, ਸਰਤੇਜ ਸਿੰਘ ਨਰੂਲਾ ਜੀ। ਸਰ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਮਾਮਲਾ ਕੀ ਹੈ? ਲਗਾਤਾਰ ਵਿਵਾਦਾਂ ਦੇ ਵਿੱਚ ਰਹੇ ਨੇ ਸੁਮੇਧ ਸੈਣੀ ਔਰ ਇਹ ਹੁਣ ਮਾਮਲਾ ਨਵਾਂ ਕੀ ਹੈ, ਝਟਕਾ ਲੱਗਿਆ ਕੋਰਟ ਵੱਲੋਂ? ਇਹ ਨਵੇਂ ਮਾਮਲੇ ਵਿੱਚ ਜੀ ਇੱਕ ਕਲੋਨੀ ਡਿਵੈਲਪ ਹੋਈ ਸੀਗੀ ਕੁਰਾਲੀ ਵਿੱਚ, ਉਹਦਾ ਜਿਹੜਾ ਆਥੋਰਾਈਜੇਸ਼ਨ ਮਿਲਣੀ ਸੀਗੀ ਉਹ ਇਲੀਗਲ ਤਰੀਕੇ ਨਾਲ ਲੈ ਲਈ ਗਈ। ਉਹ ਜਿਹੜੀ ਲਿੱਤੀ ਹੈ ਉਹ ਹੈਗੇ WWICS ਦੇ ਦਵਿੰਦਰ ਸਿੰਘ ਸੰਧੂ, ਉਹਨਾਂ ਦੀ ਸੁਸਾਇਟੀ ਹੈ। ਉਹਨਾਂ ਨਾਲ ਮਿਲੀ ਹੋਈ ਭਗਤ ਵਿੱਚ ਸੀਗੇ ਨਿਮਰਤਦੀਪ ਸਿੰਘ, ਜਿਹੜੇ ਕਿ ਪੰਜਾਬ ਸਰਕਾਰ ਵਿੱਚ ਬਤੌਰ ਐਕਸੀਅਨ ਕੰਮ ਕਰਦੇ ਹੈ। ਤੇ ਇਹ ਸਭ ਕਲੋਨੀ ਜਿਹੜੀ ਕਰਾਈ ਗਈ ਨਜਾਇਜ਼ ਆਥੋਰਾਈਜ਼, ਉਹਦੇ ਵਾਸਤੇ ਰਿਸ਼ਵਤ ਦਿੱਤੀ ਗਈ। ਉਹ ਰਿਸ਼ਵਤ ਲਿੱਤੀ ਨਿਮਰਤਦੀਪ ਸਿੰਘ ਨੇ ਆਪਣੇ ਫਾਦਰ ਦੇ ਨਾਮ, ਜਿਨ੍ਹਾਂ ਦਾ ਨਾਮ ਹੈ ਸੁਰਿੰਦਰਜੀਤ ਸਿੰਘ ਜਸਪਾਲ, ਰਿਟਾਇਰਡ ਹੈਗੇ, ਉਹ ਵੀ ਪੰਜਾਬ ਸਰਕਾਰ ਤੋਂ ਰਿਟਾਇਰਡ ਹੈ। ਉਹਨਾਂ ਦੇ ਨਾਮ ਲਿੱਤੀ ਗਈ ਔਰ ਉਸ ਪੈਸੇ ਨਾਲ ਇੱਕ ਕੋਠੀ ਖਰੀਦੀ ਗਈ ਸੈਕਟਰ 20 ਵਿੱਚ 348 ਨੰਬਰ, ਜਿਹਦੇ ਵਿੱਚ ਸੁਮੇਧ ਸੈਣੀ ਰਹਿੰਦੇ। ਔਰ ਇਹ ਕੋਠੀ ਖਰੀਦਣ ਤੋਂ ਬਾਅਦ ਇਮੀਡੀਏਟਲੀ ਜੂਨ 18 ਵਿੱਚ ਰਿਟਾਇਰ ਹੁੰਦੇ ਹੈ ਸੁਮੇਧ ਸੈਣੀ। ਅਕਤੂਬਰ 'ਚ ਦਿਖਾਇਆ ਜਾਂਦਾ ਹੈ ਕਿ ਉਹ ਕੋਠੀ ਸੁਮੇਧ ਸੈਣੀ ਨੂੰ ਜਿਹੜੀ ਪਹਿਲੀ ਮੰਜ਼ਿਲ ਹੈ ਉਹ ਕਿਰਾਏ ਤੇ ਦਿੱਤੀ ਗਈ 2.5 ਲੱਖ ਰੁਪਏ ਦੇ। 2.5 ਲੱਖ ਰੁਪਇਆ ਕਦੀ ਆਇਆ ਨਹੀਂ ਔਰ ਜਿਹੜੇ ਪੈਸੇ ਆਉਂਦੇ ਰਹੇ ਉਹ ਲੰਪਸਮ ਆਉਂਦੇ ਰਹੇ, ਜਿਵੇਂ ਕਿ ਕਦੀ 40 ਲੱਖ ਆ ਗਿਆ, ਕਦੀ 45 ਲੱਖ ਆ ਗਿਆ, ਕਦੀ 30 ਲੱਖ ਆ ਗਿਆ। ਇਨ ਦਿਸ ਮੈਨਰ ਸੁਮੇਧ ਸਿੰਘ ਸੈਣੀ had paid about 6.4 crores in the last 18 months to ਸੁਰਿੰਦਰਜੀਤ ਜਸਪਾਲ। ਉਹ ਅਕਾਊਂਟ ਦੀ ਟ੍ਰਾਂਸਫਰਸ ਹੈਗੀਆਂ ਸਾਰੀਆਂ, ਜਿਸ ਤੋਂ ਜ਼ਾਹਿਰ ਹੈ ਕਿ ਇਹ ਕੋਠੀ ਕਿਰਾਏ ਤੇ ਨਹੀਂ ਦਿੱਤੀ ਗਈ ਸੀ, ਪਰ ਐਕਚੁਅਲੀ ਇਹ ਕੋਠੀ ਖਰੀਦੀ ਹੀ ਗਈ ਸੀ ਸੁਮੇਧ ਸੈਣੀ ਵੱਲੋਂ। ਔਰ ਬੇਨਾਮੀ ਸਮਝ ਲਓ, ਪੈਸੇ ਦੀ ਟ੍ਰਾਂਜੈਕਸ਼ਨ ਕਿਵੇਂ ਹੋ, ਇਹ ਸਭ ਗੱਲਾਂ ਇਨਵੈਸਟੀਗੇਸ਼ਨ 'ਚ ਆ ਜਾਣਗੀਆਂ। ਪਰ ਫਿਲਹਾਲ ਜਿਹੜਾ ਪੈਸਾ ਆਇਆ ਸੀ 2 ਨੰਬਰ ਦਾ, ਜਿਹਨੂੰ ਅਸੀਂ ਟੇਂਟਡ ਮਨੀ ਕਹਿੰਦੇ ਆ, ਉਹਦੇ ਤਹਿਤ ਅਸੀਂ ਦਰਖਾਸਤ ਪਾਈ ਸੀਗੀ ਕੋਰਟ ਨੂੰ, ਕਿਉਂਕਿ ਇਹ ਟੇਂਟਡ ਮਨੀ ਹੈ ਔਰ ਜਿਹੜਾ FIR ਹੋਈ ਹੈ ਉਹ FIR ਵੀ ਪੈਸੇ ਦੇ ਮੁਤਲਕ ਹੀ ਹੈ ਕਿ ਸਰਕਾਰ ਨੂੰ ਨੁਕਸਾਨ ਹੋਇਆ, ਸਰਕਾਰ ਨਾਲ ਚੀਟਿੰਗ ਹੋਈ, ਕੋਈ ਫੋਰਜਰੀ ਹੋਈ, ਕਾਗਜ਼ ਬਦਲੇ ਗਏ, ਉਹ ਸਾਰੀਆਂ ਗੱਲਾਂ, ਕਰਪਸ਼ਨ ਹੋਈ, ਉਹ ਸਭ ਗੱਲਾਂ ਦੀ FIR ਦਰਜ ਕੀਤੀ। ਔਰ ਵਿਜੀਲੈਂਸ ਮਹਿਕਮਾ ਜਿਹੜਾ ਹੈਗਾ ਉਹ ਇਸ ਦੀ ਤਫਤੀਸ਼ ਕਰ ਰਿਹਾ, ਇਨਵੈਸਟੀਗੇਸ਼ਨ ਕਰ ਰਿਹਾ ਹੈਗਾ। ਉਹਦੇ ਚਲਦੇ ਅਸੀਂ, ਕਿਉਂਕਿ ਪੈਸੇ ਸਰਕਾਰ ਦੇ ਹੈ, ਪੈਸੇ ਸਰਕਾਰ ਨੇ ਵਾਪਸ ਲੈਣੇ ਆ, 1944 ਆਰਡੀਨੈਂਸ ਦੇ ਤਹਿਤ ਅਸੀਂ ਦਰਖਾਸਤ ਪਾਈ ਕੋਰਟ ਨੂੰ, ਇਹ ਕਹਿ ਕੇ ਕਿ ਜਨਾਬ ਇਹ ਜਿਹੜੀ ਕੋਠੀ ਹੈ, ਕਿਉਂਕਿ ਇਹ 2 ਨੰਬਰ ਦੇ ਪੈਸੇ ਦੀ ਹੈ, ਇਹ ਕੋਠੀ ਸਾਡੇ ਕੋਲ ਅਟੈਚ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਖੁਰਦਬੁਰਦ ਨਾ ਹੋ ਜਾਏ। ਔਰ ਉਹ ਖੁਰਦਬੁਰਦ ਕਿਉਂਕਿ ਹੋਣ ਜਾ ਰਹੀ ਸੀਗੀ, ਜਿਵੇਂ ਤੁਹਾਨੂੰ ਮੈਂ ਦੱਸਿਆ ਕਿ 6.4 ਕਰੋੜ ਮਿਸਟਰ ਸੁਮੇਧ ਸੈਣੀ ਨੇ ਟ੍ਰਾਂਸਫਰ ਕੀਤੇ, ਉਹ ਪੈਸੇ ਖਰੀਦਣ ਲਈ ਕੀਤੇ ਗਏ ਕੋਠੀ ਦੇ, ਇਸ ਲਈ ਅਸੀਂ ਦਰਖਾਸਤ ਪਾਈ ਹੋਈ ਸੀ। ਉਸ ਦਰਖਾਸਤ ਨੂੰ ਹੁਣ ਕੱਲ ਜੱਜ ਸਾਹਿਬ ਨੇ ਅਲਾਉ ਕਰਤਾ। ਟੇਂਟਡ ਮਨੀ ਸਰ, ਇਹ ਕਿਵੇਂ ਤਮਾਮ ਚੀਜ਼ਾਂ ਪ੍ਰੂਵ ਹੋ ਜਾਣਗੀਆਂ, ਜ਼ੋਰ ਤੁਸੀਂ ਲਾ ਰੱਖਿਆ ਪੂਰਾ ਹੁਣ ਤੱਕ ਕੇਸ ਨੂੰ ਇੱਥੋਂ ਤੱਕ ਲੈ ਕੇ ਆਏ ਹੋ? ਇੱਦਾਂ ਹੈ ਕਿ ਅਸੀਂ ਐਵੀਡੈਂਸ ਕਾਫੀ ਇਕੱਠੀ ਹੋ ਚੁੱਕੀ ਹੈ, ਅੱਗੇ ਕੋਰਟ ਦੇ ਕੋਲ ਸਾਹਮਣੇ ਰੱਖ ਦਿੱਤੀ ਜਾਏਗੀ। ਕੁਝ ਡਾਕੂਮੈਂਟ ਆਲਰੇਡੀ ਰੱਖਤੇ ਸੀਗੇ ਔਰ ਜੱਜ ਸਾਹਿਬ ਨੇ ਉਹ ਸਾਰੀ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਜਿਹੜਾ ਫੈਸਲਾ ਕੀਤਾ ਹੈ ਕੋਠੀ ਨੂੰ ਅਟੈਚ ਕਰਨ ਦਾ ਕੀਤਾ। ਔਰ ਉਹਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹੜੀ ਕੋਠੀ ਹੈਗੀ ਹੈ ਉਹ ਜਿਹੜਾ ਡਿਸਟ੍ਰਿਕਟ ਕਲੈਕਟਰ ਹੈ, ਵਿਚ ਮੀਨਸ ਡਿਪਟੀ ਕਮਿਸ਼ਨਰ ਮੋਹਾਲੀ, ਉਹ ਅਟੈਚ ਕਰਨਗੇ ਉਸ ਕੋਠੀ ਨੂੰ। ਅਟੈਚਮੈਂਟ ਹੋ ਕੇ ਕੋਠੀ ਉਹਨਾਂ ਕੋਲ ਰਹੇਗੀ। ਇਹਦੇ ਬਾਅਦ ਉਹਨਾਂ ਨੇ ਹੋਰ ਹਿਦਾਇਤ ਕੀਤੀ ਹੈ ਕਿ ਜਿਹੜਾ 2.5 ਲੱਖ ਰੁਪਇਆ ਕਿਰਾਏਨਾਮੇ ਦੇ ਤਹਿਤ ਸੁਮੇਧ ਸਿੰਘ ਸੈਣੀ ਨੇ ਜਮ੍ਹਾਂ ਕਰਾਉਣਾ ਹੈ, ਉਹ ਹੀ ਵਿਲ ਹੈਵ ਟੂ ਡਿਪੋਜ਼ਿਟ ਵਿਦ ਦੀ ਡਿਸਟ੍ਰਿਕਟ ਟ੍ਰੈਜਰੀ ਆਫਿਸਰ ਮੋਹਾਲੀ। ਉਹ ਹਰ ਮਹੀਨੇ ਪੈਸੇ ਜਮ੍ਹਾਂ ਹੋਣਗੇ, 2.5 ਲੱਖ ਰੁਪਏ ਪਰ ਮੰਥ ਜਮ੍ਹਾਂ ਕਰਾਉਣਗੇ ਸੁਮੇਧ ਸਿੰਘ ਸੈਣੀ। ਹਾਂਜੀ, ਸੈਣੀ ਰਹਿੰਦੇ ਵੀ ਰਹੇ ਨੇ ਇਸੇ ਕੋਠੀ ਦੇ ਵਿੱਚ, ਜਿਹੜਾ ਐਡਰੈਸ ਸੀਗਾ ਉਹਨਾਂ ਦਾ? ਸੈਣੀ ਉਸੇ ਕੋਠੀ 'ਚ ਰਹਿੰਦੇ ਆ ਜੀ, ਉਹਨਾਂ ਦਾ ਦਿੱਲੀ ਵੀ ਘਰ ਹੈਗਾ ਸ਼ਾਇਦ, ਪਰ ਮੇਨ ਕੋਠੀ ਉਹਦੇ 'ਚ ਹੀ ਰਹਿੰਦੇ ਆ। ਉਹਨਾਂ ਨੇ ਕਿਰਾਏਨਾਮਾ ਆਪ ਹੀ ਲਗਾ ਰੱਖਿਆ ਇਸ ਕੋਠੀ ਦਾ, ਇਹ ਕਹਿ ਕੇ ਕਿ ਮੈਂ ਇਸ ਕੋਠੀ 'ਚ ਰਹਿਣਾ। ਔਰ ਇੱਦਾਂ ਹੀ ਜਿਹੜੇ ਮਾਲਕ ਜਿਹਦੇ ਨਾਮ ਤੇ ਕੋਠੀ ਹੈ ਸੁਰਿੰਦਰ ਜਸਪਾਲ, ਉਹਨਾਂ ਨੇ ਵੀ ਕਿਰਾਏਨਾਮਾ ਲਾ ਰੱਖਿਆ ਰਿਕਾਰਡ ਤੇ, ਔਰ ਇਹ ਕਹਿੰਦੇ ਹੋਏ ਕਿ ਸੁਮੇਧ ਸਿੰਘ ਸੈਣੀ ਸਾਡਾ ਕਿਰਾਏਦਾਰ ਹੈ
ਫਸਟ ਫਲੋਰ ਤੇ, ਜਿਹਦਾ 2.5 ਲੱਖ ਰੁਪਏ ਮਹੀਨੇ ਦਾ ਕਿਰਾਇਆ ਹੈ। ਸਰ ਲੰਬਾ ਸਮਾਂ ਤੁਸੀਂ ਜ਼ੋਰ ਲਾਇਆ, ਜ਼ੋਰ ਅਜਮਾਇਸ਼ ਬਹੁਤ ਕੀਤੀ ਹੈ ਤੁਸੀਂ ਇਸ ਕੇਸ ਦੇ ਵਿੱਚ, तमाम ਚੀਜ਼ਾਂ ਨੂੰ ਲੈ ਕੇ, ਟੈਂਟਡ ਮਨੀ ਨੂੰ ਲੈ ਕੇ, ਇੱਕ तमाम ਚੀਜ਼ਾਂ ਕਿੱਦਾਂ ਪ੍ਰੂਵ ਹੋ ਪਾਉਣਗੀਆਂ ਜਾਂ ਕਿੱਦਾਂ ਪ੍ਰੂਵ ਕਰੋਗੇ ਤੁਸੀਂ ਇਹਨਾਂ ਚੀਜ਼ਾਂ ਨੂੰ? ਦੇਖੋ ਇਦਾਂ ਹੈ ਕਿ ਜਿਹੜੇ ਪੈਸੇ ਆਏ ਹੈ ਉਹ ਸਾਰੇ ਬੈਂਕ ਟ੍ਰਾਂਜੈਕਸ਼ਨਸ ਹੈਗੀਆਂ। ਜੇ ਜਿਵੇਂ ਕਿਸੇ ਚੀਜ਼ ਦੀ ਕੀਮਤ ਘੱਟ ਹੈ ਔਰ ਪੈਸੇ ਲਿੱਤੇ ਜਾਂਦੇ ਹੈ, ਬਾਅਦ 'ਚ ਲਿੱਤੇ ਜਾਂਦੇ ਹੈ, ਉਹਨੂੰ ਉਹਦੇ ਤੇ ਟੈਕਸ ਭਰਤਾ ਜਾਂਦਾ ਹੈ। ਇਹ ਸਭ ਗੱਲਾਂ ਹੁਣ ਅਸੀਂ ਤਫਤੀਸ਼ 'ਚ ਲੈ ਆਏ ਹਾਂ ਕਿ ਜਿਹੜਾ ਟੈਕਸ ਭਰਿਆ ਗਿਆ, ਪੈਸੇ ਬੈਂਕ ਦੇ ਤਹਿਤ ਲਿੱਤੇ ਗਏ, ਇਹ ਪੈਸੇ ਅਸਲ ਵਿੱਚ ਜ਼ਮੀਨ ਦੇ ਪੈਸੇ ਨਹੀਂ ਸੀਗੇ, ਉਸ ਤੋਂ ਫालतू ਪੈਸੇ ਸੀਗੇ। ਇਟ ਵਾਸ ਬਿਯੋਂਡ ਦੀ ਕੰਸੀਡਰੇਸ਼ਨ ਆਫ ਲੈਂਡ। ਇਹ ਸਾਹਮਣੇ ਚੀਜ਼ਾਂ ਜ਼ਾਹਿਰ ਹੋ ਗਈਆਂ। ਸਾਡੇ ਕੋਲ ਬਹੁਤ ਸਾਰੀ ਰਜਿਸਟਰੀ ਹੈਗੀਆਂ ਇਸ ਇਲਾਕੇ ਦੀਆਂ, ਉਸੀ ਕਾਲੋਨੀ ਦੀਆਂ, ਜਿਹੜੀਆਂ ਕਿ ਘੱਟ ਰੇਟ ਤੇ ਹੈ ਔਰ ਇੱਕ ਬੰਦੇ ਨੂੰ ਖਾਸ ਪੈਸੇ ਦਿੱਤੇ ਜਾਂਦੇ ਆ ਫालतू। ਉਹ ਕਿਉਂ ਦਿੱਤੇ ਜਾਂਦੇ ਆ? ਸਾਡੇ ਕੋਲ ਹੋਰ ਵੀ ਰਿਕਾਰਡਸ ਆ ਗਏ ਜਿਹੜੇ ਮੈਂ ਇਸ ਟਾਈਮ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ, ਕਿਉਂਕਿ ਉਹ ਸਾਰਾ ਐਵੀਡੈਂਸ ਦਾ ਮਸਲਾ ਹੈ। ਐਵੀਡੈਂਸ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਸਾਰੀ। ਉਹ ਜਦੋਂ ਚਲਾਨ ਪੇਸ਼ ਹੋਏਗਾ, ਕੋਰਟ ਕੋਲ ਪੇਸ਼ ਹੋ ਜਾਏਗਾ, ਫਿਰ ਸਾਰੀ ਚੀਜ਼ਾਂ ਸਾਹਮਣੇ ਆ ਜਾਣਗੀਆਂ। 2 ਨੰਬਰੀ ਪੈਸੇ ਦਾ ਤੁਸੀਂ ਜ਼ਿਕਰ ਕੀਤਾ, ਇਹ तमाम ਪੈਸਾ ਕਿੱਥੋਂ ਆਇਆ ਹੋਊਗਾ? ਇਹਨਾਂ तमाम ਚੀਜ਼ਾਂ ਨੂੰ ਲੈ ਕੇ ਵੀ ਸਵਾਲ ਜਵਾਬ ਹੋਣਗੇ ਉਹਨਾਂ ਤੋਂ? ਪੈਸਾ ਤਾਂ ਕਿੱਥੋਂ ਆਇਆ ਤਾਂ ਨਹੀਂ ਹੋਣਗੇ, ਕਿਉਂਕਿ ਜਿਹੜੇ ਬੰਦੇ ਕੋਲ ਲਿੱਤਾ ਗਿਆ ਪੈਸਾ ਔਰ ਕਿਸ ਕਰਕੇ ਦਿੱਤਾ ਗਿਆ, ਉਹ ਜ਼ਿਆਦਾ ਇੰਪੋਰਟੈਂਟ ਹੈ ਇਸ ਨਾਲੋਂ ਕਿ ਕਿੱਥੋਂ ਆਏ ਪੈਸੇ। 2 ਨੰਬਰੀ ਪੈਸੇ ਦੀ ਜਿਹੜੀ ਗੱਲ ਹੋਈ ਸੀ ਸਰ, ਹੋਰ तमाम ਚੀਜ਼ਾਂ ਹੋਰ ਵੀ ਕੁਝ ਮਿਲਿਆ ਉਸ ਕੋਠੀ ਦੇ ਵਿੱਚੋਂ? ਕੁਝ ਮਸ਼ੀਨਸ ਵਗੈਰਾ ਨੂੰ ਲੈ ਕੇ ਚਰਚਾ ਹੋ ਰਹੀ ਸੀਗੀ। ਨਹੀਂ, ਮਸ਼ੀਨਸ ਵਗੈਰਾ ਦਾ ਕੋਈ ਇਹਦੇ 'ਚ ਹਜੇ ਕੁਝ ਨਹੀਂ ਹੈ। ਹਲੇ ਇਸ ਕੇਸ ਹੋਰ ਕੁਝ ਨਹੀਂ ਹੈ। ਇਸ ਕੇਸ ਸਿਰਫ ਇੰਨੇ ਟੈਂਟਡ ਮਨੀ ਆਈ ਹੈ। ਅਸੀਂ ਉਹਦੇ ਬਾਰੇ ਹੀ FIR ਕੀਤੀ, ਉਹਦੀ ਤਫਤੀਸ਼ ਚੱਲ ਰਹੀ ਹੈ। ਕਿਸ ਗੱਲ ਦੇ ਪੈਸੇ ਆਏ, ਕਿਉਂ ਆਏ, ਕਿਹੜੇ ਕਿਹੜੇ ਬੰਦੇ ਇਨਵੋਲਵਡ ਹੈ, ਉਹਨਾਂ ਖਿਲਾਫ ਕਾਰਵਾਈ ਚੱਲ ਰਹੀ ਹੈ। ਕਿੰਨੇ ਲੋਕ ਨੇ ਸਰ ਟੋਟਲ? ਸੁਮੇਧ ਸੈਣੀ ਤਾਂ ਚਲੋ ਮੇਨ ਹੋ ਗਏ, ਔਰ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਲੋਕ ਨੇ? ਨਹੀਂ, ਇਸ ਕੇਸ ਵਿੱਚ ਸੁਮੇਧ ਸੈਣੀ ਮੁਲਜ਼ਮ ਨਹੀਂ ਹੈਗੇ, ਨਾ ਉਹਨਾਂ ਦੇ ਖਿਲਾਫ ਕੇਸ ਚੱਲ ਰਿਹਾ। ਉਹਨਾਂ ਨੂੰ ਸਿਰਫ ਝਟਕਾ ਇਸ ਲਈ ਵੱਜਿਆ ਕਿਉਂਕਿ ਕੋਠੀ ਜਿਹੜੀ ਲਿੱਤੀ ਗਈ ਹੈ, ਜਿਹਦੇ ਨਾਮ ਤੇ ਕੋਠੀ ਹੈ, ਉਹ ਕੋਠੀ ਗਲਤ ਪੈਸੇ ਦੀ ਹੈ, ਟੈਂਟਡ ਮਨੀ ਦੀ ਕੋਠੀ ਹੈ, ਕੋਠੀ ਅਟੈਚ ਹੋਈ ਹੈ। ਸੋ ਸੁਮੇਧ ਸੈਣੀ ਇਸ ਕੇਸ 'ਚ ਮੁਲਜ਼ਮ ਨਹੀਂ ਹੈਗੇ ਹਲੇ। ਔਰ ਅੱਗੇ ਕਿੱਦਾਂ ਤਫਤੀਸ਼ ਚੱਲੇਗੀ ਇਹਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਹੈ, ਨਾ ਮੈਂ ਦੱਸ ਸਕਦਾ, ਕਿਉਂਕਿ ਉਹ SIT ਜਿਹੜੀ ਇਨਵੈਸਟੀਗੇਟ ਕਰ ਰਹੀ ਹੈ ਉਹ ਕਿੱਥੇ ਤੱਕ ਪਹੁੰਚਦੀ ਹੈ, ਇਹ ਉਹਨਾਂ ਦਾ ਮਸਲਾ ਹੈ। ਹਲੇ ਤਾਂ ਸੁਰਿੰਦਰਜੀਤ ਸਿੰਘ ਜਸਪਾਲ ਦੀ ਕੋਠੀ ਅਟੈਚ ਹੋਈ ਹੈ, ਪਰ ਕਾਗਜ਼ਾਂ ਤੋਂ ਇਹ ਜ਼ਾਹਿਰ ਹੈ ਕਿ ਜਿਹੜੀ ਕੋਠੀ ਹੈ ਉਹ ਖਰੀਦੀ ਹੀ ਸੁਮੇਧ ਸੈਣੀ ਵਾਸਤੇ ਗਈ ਸੀ। ਔਰ ਜਿਹੜਾ ਉਹਨਾਂ ਦਾ ਕਿਰਾਏਨਾਮਾ ਦਿਖਾਇਆ ਗਿਆ ਸੀਗਾ, ਉਹ ਸਿਰਫ ਇੱਕ ਫਰਜ਼ੀ ਤਰੀਕੇ ਦਾ ਕਿਰਾਏਨਾਮਾ ਸੀ, ਕਿਉਂਕਿ ਕਿਰਾਇਆ ਕਦੀ ਮਹੀਨੇ ਦੇ ਮਹੀਨੇ ਕਦੀ ਗਿਆ ਹੀ ਨਹੀਂ। ਕਿਉਂਕਿ ਇੰਪੋਰਟੈਂਟ ਸਰ ਗੱਲ ਇਹ ਹੋ ਜਾਂਦੀ ਹੈ ਕਿ ਬਹੁਤ ਵੱਡੇ ਉਹਦੇ ਤੇ ਸੀਗੇ, ਪੰਜਾਬ ਪੁਲਿਸ ਦੇ DGP ਰਹੇ ਸੁਮੇਧ ਸਿੰਘ ਸੈਣੀ, ਇਸ ਲਈ ਇੰਪੋਰਟੈਂਟ ਹੋ ਜਾਂਦੀ ਹੈ ਚੀਜ਼ ਕਿ ਉਹਨਾਂ ਦਾ ਨਾਮ ਆਉਂਦਾ। ਫਿਰ ਉਸ ਤੋਂ ਬਾਅਦ ਤੁਸੀਂ तमाम ਚੀਜ਼ਾਂ ਨੂੰ ਲੈ ਕੇ ਪੈਰਵੀ ਕੀਤੀ ਹੈ, ਕੇਸ ਨੂੰ ਖੜਾ ਕੀਤਾ ਇੱਥੋਂ ਤੱਕ। ਨਹੀਂ, ਇਹ ਕਹਿਣਾ ਵੀ ਗਲਤ ਹੋਏਗਾ। ਉਹਨਾਂ ਦੇ ਨਾਮ ਆਉਣ ਤੋਂ ਬਾਅਦ ਅਸੀਂ ਪੈਰਵੀ ਕੀਤੀ ਹੈ। ਪੈਰਵੀ ਆਲਰੇਡੀ ਚੱਲ ਰਹੀ ਸੀ। ਪੈਰਵੀ ਚੱਲਦੇ ਚੱਲਦੇ ਜਦੋਂ ਅਸੀਂ ਕੋਠੀ ਵੱਲ ਧਿਆਨ ਗਿਆ ਕਿ ਪੈਸੇ 2 ਨੰਬਰ ਦੇ ਆਏ, ਕੋਠੀ ਖਰੀਦੀ ਗਈ ਹੈ, ਤਾਂ ਉਸ ਕੋਠੀ ਦਾ ਕਿਰਾਏਨਾਮਾ ਸੁਰਿੰਦਰ ਸਿੰਘ ਜਸਪਾਲ ਨੇ ਆਪ ਹੀ ਲਾਤਾ ਹੈ, ਕਹਿ ਕੇ ਕਿ ਮੈਂ ਕਿਰਾਏ ਤੇ ਦਿੱਤੀ ਹੈ ਕੋਠੀ ਸੈਣੀ ਨੂੰ। ਉਸ ਤੋਂ ਇਹ ਸਾਰੀ ਗੱਲਾਂ ਜ਼ਾਹਿਰ ਹੋਈਆਂ ਕਿ ਸੈਣੀ ਦੀ ਵੀ ਕਿਤੇ ਕੋਈ ਨਾ ਕੋਈ ਇਨਵੋਲਵਮੈਂਟ ਵਿੱਚ ਹੈਗੀ ਹੈ, ਕਿਉਂਕਿ ਇਹ ਬੜਾ ਅਜੀਬ ਗੱਲ ਹੈ ਕਿ ਜਿੱਦਾਂ ਹੀ ਰਿਟਾਇਰ ਹੁੰਦਾ ਹੈ ਇਮੀਡੀਏਟਲੀ ਕੋਠੀ ਸੁਰਿੰਦਰ ਜਸਪਾਲ ਉਹਨੂੰ ਕਿਰਾਏ ਤੇ ਦੇ ਦਿੰਦੇ ਆ ਔਰ ਪਹਿਲੀ ਮੰਜ਼ਿਲ ਦਿੰਦੇ ਆ ਸਿਰਫ, ਜਦਕਿ ਕੋਠੀ ਪੂਰੀ ਖਾਲੀ ਹੈ। ਔਰ ਉਹਦੇ ਬਾਅਦ ਜਿਹੜੇ ਪੈਸੇ ਗਏ ਹੈ ਸੁਮੇਧ ਸਿੰਘ ਸੈਣੀ ਵੱਲੋਂ ਸੁਰਿੰਦਰ ਜਸਪਾਲ ਨੂੰ, ਉਹ ਪੈਸੇ ਜਿਹੜੇ ਹੈਗੇ ਆ, ਉਹ ਪੈਸੇ ਸਾਰੇ 6.4 ਕਰੋੜ ਤੁਹਾਨੂੰ ਮੈਂ ਦੱਸਿਆ, ਉਹ ਜਾਂਦਾ ਰਿਹਾ ਲਮਸਮ ਇਨ ਡਿਫਰੈਂਟ ਪੈਕਟਸ। ਮਤਲਬ ਇਹ ਨਹੀਂ ਹੋਇਆ ਕਿ ਇਕੱਠਾ ਚਲਾ ਗਿਆ, ਇਹ ਨਹੀਂ ਹੋਇਆ ਕਿਰਾਏ ਦੀ ਰਕਮ ਗਈ ਹੈ, ਕਿਉਂਕਿ ਕਿਰਾਇਆ ਜੇ 2.5 ਲੱਖ ਰੁਪਏ ਹੈ ਤਾਂ ਮਹੀਨੇ ਦਾ 2.5 ਲੱਖ ਜਾਂਦਾ, 2 ਮਹੀਨੇ ਦਾ 5 ਲੱਖ ਜਾਂਦਾ, ਇੱਦਾਂ ਪੈਸੇ ਨਹੀਂ ਗਏ। ਕਦੀ 25 ਲੱਖ ਗਿਆ, ਕਦੀ 27 ਲੱਖ ਗਿਆ, ਇੱਦਾਂ ਪੈਸੇ ਜਾਂਦੇ ਰਹੇ। ਵੱਡੀ ਅਮਾਊਂਟ ਜਾਂਦੀ ਰਹੀ ਹੈ ਔਰ ਕਿਸੇ ਸਿਸਟਮ ਨਾਲ ਨਹੀਂ ਜਾਂਦੀ ਰਹੀ, ਕੋਈ ਮਹੀਨੇ ਦੇ ਮਹੀਨੇ ਨਹੀਂ ਜਾਂਦੀ ਰਹੀ ਔਰ ਉਹਦਾ ਕੋਈ ਰਸੀਦ ਨਹੀਂ ਦਿੱਤੀ ਗਈ, ਕੋਈ ਕਾਗਜ਼ ਨਹੀਂ ਤਿਆਰ ਹੋਇਆ, ਉੱਦਾਂ ਹੀ ਬਸ ਬਣਾ ਕੇ ਪੈਸੇ ਦੇਤੇ। ਔਰ ਜਦੋਂ ਇਹ ਗੱਲ ਸਾਹਮਣੇ ਆ ਗਈ ਫਿਰ ਇੱਕ ਫਰਜ਼ੀ ਐਗਰੀਮੈਂਟ ਟੂ ਸੈਲ ਬਣਾ ਲਿਆ ਗਿਆ, ਜਿਹੜਾ ਨਾ ਤਾਂ ਕਿਸੇ ਸਟੈਂਪ ਪੇਪਰ ਤੇ ਹੈ, ਨਾ ਉਸ 'ਤੇ ਕੋਈ ਗਵਾਹ ਹੈ, ਸਿਰਫ ਸੁਰਿੰਦਰਜੀਤ ਸਿੰਘ ਜਸਪਾਲ ਦੇ ਸਾਈਨ ਹੈ। ਔਰ ਉਹ ਕਹਿੰਦਾ ਜੀ ਮੈਂ ਤਾਂ ਇਹਦੇ ਨਾਲ ਐਗਰੀਮੈਂਟ ਕਰ ਲਿਆ ਕੋਠੀ ਵੇਚਣ ਦਾ, ਪਰ ਉਹ ਕਿਰਾਏ ਦੇ ਪੈਸੇ ਕਿੱਥੇ ਗਏ, ਨਹੀਂ ਗਏ, ਉਹ ਕੋਈ ਚੀਜ਼ਾਂ ਸਾਹਮਣੇ ਨਹੀਂ ਆ ਰਹੀਆਂ। ਪੁੱਛਗਿੱਛ ਦਾ ਵੀ ਨਹੀਂ ਕਹਿ ਸਕਦਾ ਮੈਂ, ਬਾਕੀ ਜਿਹੜੇ ਮੁਲਜ਼ਮਾਂ ਦੇ ਪੁੱਛਗਿੱਛ ਹੋ ਰਹੀ ਹੈ, ਉਹਨੂੰ ਮਿਸਟਰ ਸੈਣੀ ਨੂੰ ਬੁਲਾਉਂਦੇ ਨਹੀਂ ਬੁਲਾਉਂਦੇ, ਇਹ ਹੁਣ ਅਗੇਨ ਇਨਵੈਸਟੀਗੇਸ਼ਨ ਦਾ ਮਸਲਾ ਹੈ, ਕਿਉਂਕਿ ਆਈ ਐਮ ਜਸਟ ਅ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ, ਮੈਨੂੰ ਕੋਰਟ ਦੇ ਮਸਲੇ ਸਾਰੇ ਪਤਾ। ਬਾਕੀ ਪਿੱਛੇ ਇਨਵੈਸਟੀਗੇਸ਼ਨ ਕਿਵੇਂ ਚੱਲਦੀ ਹੈ ਉਹ ਇਨਵੈਸਟੀਗੇਸ਼ਨ ਦਾ ਕੰਮ ਹੈ। ਪਰ ਉਹ ਜ਼ਰੂਰ ਦੱਸ ਦਿਓ ਸਰ ਕਿ 2.5 ਲੱਖ ਰੁਪਏ ਜਿਹੜਾ ਪਰ ਮੰਥ ਉਹਨਾਂ ਨੂੰ ਜਮ੍ਹਾਂ ਕਰਾਉਣਾ ਪਏਗਾ ਡਿਪਟੀ ਕਮਿਸ਼ਨਰ ਦੇ ਆਫਿਸ? ਨਹੀਂ, ਉਹ ਕਰਾਉਣਾ ਪਏਗਾ ਡਿਸਟ੍ਰਿਕਟ ਟ੍ਰੈਜਰੀ ਆਫਿਸਰ ਕੋਲ ਮੋਹਾਲੀ, ਔਰ ਉਹ ਆਪਣੇ ਕੋਲੋਂ ਪੈਸੇ ਸੰਭਾਲ ਕੇ ਰੱਖੇਗਾ ਜਦ ਤੱਕ ਕੇਸ ਚੱਲੇਗਾ। ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ PP ਸਾਹਿਬ ਸਰਤੇਜ ਸਿੰਘ ਨਰੂਲਾ ਜੀ ਸਾਡੇ ਨਾਲ ਮੌਜੂਦ ਸਨ। तमाम ਚੀਜ਼ਾਂ ਨੂੰ ਲੈ ਕੇ ਗੱਲਬਾਤ ਹੋਈ ਹੈ ਕਿ ਇੱਕ ਵੱਡਾ ਝਟਕਾ ਕਿਹਾ ਜਾ ਸਕਦਾ ਹੈ ਸੁਮੇਧ ਸੈਣੀ ਹੁਣਾਂ ਨੂੰ, ਉਹਨਾਂ ਦੇ ਸਾਥੀਆਂ ਨੂੰ, ਕਿਉਂਕਿ ਜਿਹੜੀ ਕੋਠੀ ਦਾ ਉਹ ਕਹਿ ਰਹੇ ਸੀ ਕਿ ਕਿਰਾਏ ਤੇ ਰਹਿ ਰਹੇ ਨੇ ਸੁਮੇਧ ਸੈਣੀ ਹੁਣੀ, ਔਰ ਇਹਨਾਂ ਵੱਲੋਂ ਦਾਅਵਾ ਕੀਤਾ ਗਿਆ ਸੀ। ਔਰ तमाम ਚੀਜ਼ਾਂ ਨੂੰ ਲੈ ਕੇ ਹੁਣ ਜਾਂਚ ਪੜਤਾਲ ਹੋਏਗੀ ਔਰ ਉਸ ਨੂੰ ਲੈ ਕੇ ਜੋ ਜਜਮੈਂਟ ਆਈ ਹੈ
ਸੁਮੇਧ ਸੈਣੀ ਹਰ ਮਹੀਨੇ 2.5 ਲੱਖ ਰੁਪਏ ਡਿਸਟ੍ਰਿਕਟ ਟ੍ਰੈਜਰੀ ਆਫਿਸ ਦੇ ਵਿੱਚ ਜਮ੍ਹਾਂ ਕਰਾਇਆ ਕਰਨਗੇ ਔਰ तमाम ਚੀਜ਼ਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਹੀ, ਹਾਲਾਂਕਿ ਕਈ ਮਸਲਿਆਂ ਦੇ ਵਿੱਚ ਹੋਰ ਵੀ ਸੁਮੇਧ ਸੈਣੀ ਵਿਵਾਦਾਂ ਦੇ ਵਿੱਚ ਰਹੇ ਨੇ, ਪਰ ਇਹ ਕਿਹਾ ਜਾ ਸਕਦਾ ਕਿ ਸੁਮੇਧ ਸੈਣੀ ਤੇ ਉਹਨਾਂ ਦੇ ਸਾਥੀਆਂ ਨੂੰ ਕੋਰਟ ਵੱਲੋਂ ਝਟਕਾ ਹੈ। ਕੈਮਰਾਮੈਨ ਗੁਰਸ਼ਰਨਦੀਪ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।